ਸੋ ਅਗਲੀ ਅਹਿਮ ਖਬਰ ਦਾ ਰੁਖ ਕਰ ਰਹੇ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾਰਥ ਅਮਰੀਕਾ ਜਾਂ ਫਿਰ ਕੈਨੇਡਾ ਦੇ ਵਿੱਚ ਛਾਪੇ ਜਾਣ ਦਾ ਮੁੱਦਾ ਇੱਕ ਵਾਰ ਫਿਰ ਤੋਂ ਤੂਲ ਫੜ ਰਿਹਾ ਹੈ। ਕੈਨੇਡਾ ਦੇ ਵਿੱਚ ਰਹਿ ਰਹੇ ਭਾਈ ਰਿਪੁਦਮਨ ਸਿੰਘ ਅਤੇ ਭਾਈ ਬਲਵੰਤ ਸਿੰਘ ਪੰਧੇਰ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੈਨੇਡਾ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਛਾਪਣ ਦੀ ਮੰਗ ਕੀਤੀ ਗਈ ਹੈ। ਮੰਗ ਕੀ ਕੀਤੀ? ਮੰਗ ਦੇ ਨਾਲ 10 ਅਕਤੂਬਰ ਤੱਕ ਦਾ ਅਲਟੀਮੇਟਮ ਵੀ ਦੇ ਦਿੱਤਾ ਹੈ ਕਿ ਜੇ SGPC ਨਾ ਵੀ ਮੰਨੀ ਤਾਂ ਸਰੂਪ ਤਾਂ ਛਪਣਗੇ ਹੀ। ਅਜਿਹੇ ਦੇ ਵਿੱਚ ਕੈਨੇਡਾ ਦੇ ਬਾਕੀ ਗੁਰਦੁਆਰਾ ਸੰਸਥਾਵਾਂ ਦਾ ਇਸ ਤੇ ਕੀ ਕਹਿਣਾ ਹੈ, ਇਸ ਸੰਬੰਧੀ ਵਿਸਥਾਰ ਦੇ ਨਾਲ ਗੱਲਬਾਤ ਕੀਤੀ BC ਗੁਰਦੁਆਰਾ ਕੌਂਸਲ ਦੇ ਬੁਲਾਰੇ ਮਨਿੰਦਰ ਸਿੰਘ ਦੇ ਨਾਲ। ਸੋ ਮਨਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਇਹੀ ਸਵਾਲ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪਣ ਦੀ ਜਿਨ੍ਹਾਂ ਸ਼ਖਸਾਂ ਵੱਲੋਂ ਕੈਨੇਡਾ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ, ਇਹ ਕੌਣ ਨੇ, ਇਹਨਾਂ ਬਾਰੇ ਦੱਸੋ ਤੇ ਇਹਨਾਂ ਦੀ ਮੰਗ ਕੀ ਹੈ? ਹਾਂਜੀ, ਇੱਕ ਜਿਹੜਾ ਮਸਲਾ ਹੈ ਕਈ ਸਾਲਾਂ ਤੋਂ ਉੱਭਰ ਰਿਹਾ ਹੈ। ਇਹਦੇ ਵਿੱਚ ਭਾਈ ਰਿਪੁਦਮਨ ਸਿੰਘ ਮਾਲਕ ਅਤੇ ਭਾਈ ਬਲਵੰਤ ਸਿੰਘ ਪੰਧੇਰ ਇੱਕ ਸਤਨਾਮ ਰਿਲੀਜੀਅਸ ਪ੍ਰਚਾਰ ਸੁਸਾਇਟੀ ਉਹਦੇ ਰਾਹੀਂ ਪ੍ਰਿੰਟਿੰਗ ਦੀ ਜਿਹੜੀ ਉਹ ਬੇਨਤੀ ਕਰ ਰਹੇ ਆ ਕਿ ਕਈ ਸਾਲਾਂ ਤੋਂ ਇਹ ਪਿੱਛੇ ਲੱਗੇ ਆ। SGPC ਨਾਲ ਉਹਨਾਂ ਦੀ ਐਜ਼ ਇੰਡੀਵਿਜੂਅਲਸ ਤੇ ਇੰਡੀਵਿਜੂਅਲ ਐਕਸ ਸੁਸਾਇਟੀ ਵੱਲੋਂ ਉਹਨਾਂ ਦੀ ਗੱਲ ਚੱਲ ਰਹੀ ਆ। ਉਹਨਾਂ ਨੂੰ ਇਹ ਇਜਾਜ਼ਤ ਨਹੀਂ ਦਿੱਤੀ ਗਈ। ਉਹਦੇ ਵਿੱਚ SGPC ਦੀ ਇਹ ਗੱਲ ਸੀਗੀ ਕਿ ਉਹਦੇ ਵਿੱਚ ਈਮੇਲਸ ਵੀ ਉਹਨਾਂ ਨੇ ਪਾਈ ਸੀ ਜਿਹੜੇ ਸਾਡੇ ਕੋਲ ਨੇ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਉਹਨਾਂ ਨੂੰ ਬੇਨਤੀ ਸੀਗੀ ਕਿ ਜਿਹੜੇ ਚਾਰਟਰਡ ਫਲਾਈਟਸ ਆ ਉਹਦੇ ਰਾਹੀਂ ਜਿਹੜੇ ਮਹਾਰਾਜ ਦੇ ਸਰੂਪ ਆ ਉਹ ਆਉਣ ਹਾਲ ਦੀ ਘੜੀ, ਤੇ ਬਾਹਰ ਕੋਈ ਵੀ ਇੰਡੀਵਿਜੂਅਲ ਜਾਂ ਕੋਈ ਸੰਸਥਾ ਇਹੋ ਜਿਹੀ ਪ੍ਰਿੰਟਿੰਗ ਨਾ ਕਰੇ। ਸੋ ਇਹ ਗੱਲ ਇੱਥੋਂ ਸ਼ੁਰੂ ਹੋਈ ਸੀਗੀ ਤੇ ਹੁਣ ਪਹੁੰਚੀ ਆ ਗੁਰਦੁਆਰਾ ਸਾਹਿਬਾਨਾਂ ਤੱਕ ਕਿ ਇਹ ਜਿਹੜੀ ਮਹਾਰਾਜ ਦੇ ਸਰੂਪ ਦੀ ਪ੍ਰਿੰਟਿੰਗ ਆ ਕਰਕੇ ਇੱਥੇ ਇਹਦੀ ਹੋਣੀ ਚਾਹੀਦੀ, ਕੈਨੇਡਾ ਦੇ ਵਿੱਚ ਨਹੀਂ ਹੋਣਾ ਚਾਹੀਦਾ। ਉਹ ਗੱਲ ਹੁਣ ਇੱਥੇ ਤੱਕ ਸਾਡੇ ਤੱਕ ਪਹੁੰਚੀ ਹੈ ਜੀ। ਸੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪਣ ਦੀ ਜਿਹੜੀ ਆਗਿਆ ਸ਼੍ਰੋਮਣੀ ਕਮੇਟੀ ਵੱਲੋਂ ਇਸ ਦੀ ਆਗਿਆ ਜਿਹੜੀ ਲੈਣੀ ਹੁੰਦੀ ਹੈ ਤਾਂ ਕੁਝ ਮਾਨਕ ਤੈਅ ਕੀਤੇ ਗਏ ਨੇ ਕਿ ਇਹਨਾਂ ਦੇ ਵੱਲੋਂ ਇਹ ਮਾਨਕ ਪੂਰੇ ਕਰਨ ਦੀ, ਨਿਯਮ ਜਿਹੜੇ ਨੇ ਉਹ ਪੂਰੇ ਕਰਨ ਦਾ ਕੋਈ ਦਾਅਵਾ ਕੀਤਾ ਜਾ ਰਿਹਾ? ਹਾਂਜੀ, ਉਹਦੇ ਵਿੱਚ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮੇ ਜਾਰੀ ਹੋਏ ਸੀਗੇ April 1998 ਦੇ ਵਿੱਚ, ਉਹ ਜਿਹੜੇ ਹੁਕਮਨਾਮੇ ਆ ਉਹਦੇ ਮੁਤਾਬਕ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹੀ ਮਹਾਰਾਜ ਦੇ ਸਰੂਪ ਜਿਹੜੇ ਉਹਨਾਂ ਦੀ ਤਿਆਰੀ, ਉਹਨਾਂ ਦੀ ਜਿਹੜੀ ਪ੍ਰਿੰਟਿੰਗ ਆ, ਛਾਪਣਾ ਉਹੀ ਕਰ ਸਕਦੇ ਨੇ। ਤੇ ਉਹਨਾਂ ਦੀ ਅਗਵਾਈ ਹੇਠ ਜੇ ਹੋਰ ਕਿਤੇ ਪ੍ਰਿੰਟਿੰਗ ਹੁੰਦੀ ਹੈ ਉਹ ਵੀ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫੈਸਲਾ ਆ। ਕੋਈ ਬਾਹਰਲਾ ਇੰਡੀਵਿਜੂਅਲ ਜਾਂ ਬਾਹਰਲਾ ਸਿੱਖ ਜਾਂ ਇੱਕ ਸੰਸਥਾ ਕਿਤੇ ਵੀ ਪ੍ਰਿੰਟਿੰਗ ਨਹੀਂ ਕਰ ਸਕਦੀ। ਅਸੀਂ ਉਹ ਹੁਕਮਨਾਮੇ ਦੇ ਨਾਲ ਖੜੇ ਹਾਂ ਕਿ ਅਸੀਂ ਉਹਦੀ ਸਪੋਰਟ ਕਰਦੇ ਹਾਂ। ਹਾਂ, ਜੇ ਅਸੀਂ ਇਹ ਬੇਨਤੀ ਇੱਕ ਚਿੱਠੀ ਪੱਤਰ ਰਾਹੀਂ, ਬੇਨਤੀ ਪੱਤਰ ਰਾਹੀਂ ਅਸੀਂ ਸਾਰੇ ਗੁਰਦੁਆਰੇ ਜਿੰਨੇ ਵੀ ਕੈਨੇਡਾ ਦੇ ਵਿੱਚ 3 ਕਾਉਂਸਲਾਂ ਦੇ ਵਿੱਚ ਆ, ਓਨਟਾਰੀਓ ਦੇ ਵਿੱਚੋਂ 2 ਤੇ BC ਵੱਲੋਂ BC ਗੁਰਦੁਆਰਾ ਕਾਉਂਸਲ, ਉਹਨਾਂ ਦੇ ਵਿੱਚੋਂ ਅਸੀਂ ਇੱਕ ਚਿੱਠੀ ਤਿਆਰ ਕੀਤੀ ਸੀ। ਉਹਦੇ ਵਿੱਚ ਇਹ ਬੇਨਤੀ ਪੱਤਰ 'ਚ ਅਸੀਂ ਇਹ ਲਿਖਿਆ ਸੀਗਾ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਹਰ ਪ੍ਰਿੰਟਿੰਗ ਕਰਦੀ ਹੈ ਤੇ ਅਸੀਂ ਉਹਨਾਂ ਦਾ ਸਹਿਯੋਗ ਦਵਾਂਗੇ ਕੈਨੇਡਾ ਦੇ ਵਿੱਚ, ਪਰ ਸਿਰਫ ਉਹਨਾਂ ਦੀ ਅਗਵਾਈ ਹੇਠ ਕੋਈ ਇੱਕ ਸੰਸਥਾ ਜਾਂ ਇੱਕ ਵਿਅਕਤੀ ਦਾ ਕੋਈ ਹੱਕ ਨਹੀਂ ਬਣਦਾ ਕਿ ਉਹ ਪ੍ਰਿੰਟਿੰਗ ਆਪ ਕਰਨ। ਨਹੀਂ ਤਾਂ ਇਹ ਜਿਹੜੀ ਗੱਲ ਆ ਵੱਧਦੀ ਜਾ ਕੇ ਇੱਕ ਘਰ ਦੀ ਪ੍ਰਿੰਟਿੰਗ ਅੰਗ ਹੋ ਜਾਂਦੀ ਹੈ, ਜਿਹਦੇ ਵਿੱਚ ਮਹਾਰਾਜ ਦੇ ਸਰੂਪਾਂ ਦੇ ਜਿਹੜੀ ਬੇਅਦਬੀ ਵੀ ਹੋ ਸਕਦੀ ਹੈ ਤੇ ਉਹਨਾਂ ਦਾ ਗਲਤ ਇਸਤੇਮਾਲ ਵੀ ਹੋ ਸਕਦਾ ਹੈ, ਤੇ ਜਿਹੜੇ ਕੋਈ ਗਲਤ ਸ਼ਖਸ ਆ ਉਹਦੇ ਵਿੱਚ ਮਿਲਾਵਟ ਪਾਉਣ ਦੀ ਵੀ ਕੋਸ਼ਿਸ਼ ਕਰ ਸਕਦੇ ਆ। ਸੋ ਅਸੀਂ ਉਹ ਤੋਂ ਦੂਰ ਰਹਿਣਾ ਆ। ਸੋ ਅਸੀਂ ਇਹ ਫੈਸਲੇ ਤੱਕ ਆਏ ਆ। ਸੋ ਭਾਈ ਰਿਪੁਦਮਨ ਸਿੰਘ ਤੇ ਭਾਈ ਬਲਵੰਤ ਸਿੰਘ ਹੋਣਾ ਦੇ ਵੱਲੋਂ ਕੀ ਕੋਈ ਸਰੂਪ ਕੈਨੇਡਾ ਦੇ ਵਿੱਚ ਬਿਨਾਂ SGPC ਦੀ ਪ੍ਰਵਾਨਗੀ ਤੋਂ ਪਹਿਲਾਂ ਵੀ ਛਾਪੇ ਗਏ ਨੇ? ਹਾਂਜੀ, ਸਾਨੂੰ ਇਸ ਮਹੀਨੇ ਦੇ ਵਿੱਚ ਹੀ ਪਤਾ ਲੱਗਿਆ ਆ ਕਿ ਇੱਕ ਸਾਡੀ ਗੁਰੂ ਨਾਨਕ ਸਾਹਿਬ ਗੁਰਦੁਆਰਾ ਸਾਹਿਬ ਮੀਟਿੰਗ ਹੋਈ ਸੀਗੀ ਗੁਰਦੁਆਰੇ ਸਾਹਿਬਾਨਾਂ ਦੀ, ਤੇ ਇਹ ਸਤਨਾਮ ਪ੍ਰਚਾਰ ਰਿਲੀਜੀਅਸ ਸੁਸਾਇਟੀ ਦੇ ਸੇਵਾਦਾਰਾਂ ਨਾਲ, ਕਿ ਉੱਥੇ ਉਹਨਾਂ ਨੇ ਸਾਨੂੰ ਇਹ ਦੱਸਿਆ ਹੈ ਕਿ ਐਟਲੀਸਟ 15 ਸਰੂਪ ਜਿਹੜੇ ਆ ਤਿਆਰ ਹੋ ਚੁੱਕੇ ਨੇ। ਅਸੀਂ ਇਹ ਵੀ ਸਵਾਲ ਪੁੱਛਿਆ ਸੀਗਾ ਕਿ ਇਹ ਸਰੂਪ ਕਿਹਨਾਂ ਦੀ ਲਾਈਕ ਐਜ਼ ਐਨ ਇਜਾਜ਼ਤ ਨਾਲ ਤਿਆਰ ਹੋਏ, ਤੇ ਉਹਨਾਂ ਦਾ ਜਵਾਬ ਇਹ ਸੀ ਕਿ ਇਹ ਉਹਨਾਂ ਨੇ ਆਪ ਤਿਆਰ ਕੀਤੇ ਆ ਟੈਸਟ ਕਰਨ ਲਈ, ਕਿ ਜਿਹੜੀ ਉਹਨਾਂ ਦੇ ਕੋਲ ਪ੍ਰਿੰਟਿੰਗ ਮਸ਼ੀਨ ਸੈਟਅਪ ਆ, ਜੇ ਉਹਨਾਂ ਨੇ ਤਿਆਰੀ ਕੀਤੀ ਆ, ਪੇਪਰ ਦੀ ਕੁਆਲਿਟੀ ਆ, ਜਿਹੜੇ ਉਹ ਸਾਰਾ ਕੁਝ ਆ, ਉਹ ਇੰਕ ਆ, ਉਹ ਸਾਰਾ ਕੁਝ ਚੈੱਕ ਕਰਨਾ ਚਾਹੁੰਦੇ ਸੀਗੇ ਤੇ ਉਹ ਟੈਸਟਿੰਗ ਦੇ ਵਿੱਚ ਉਹਨਾਂ ਨੇ ਤਿਆਰ ਕੀਤੇ ਆ। ਪਰ ਉਹ ਜਿਹੜੇ ਵੀ ਜਿਹੜੀ ਹੈ ਗੱਲ ਉਹ ਹੁਕਮਨਾਮੇ ਤੋਂ ਬਾਹਰ ਜਾਂਦੀ ਹੈ। ਤੇ ਉਹਦੇ ਵਿੱਚ ਜਿਹੜੀ ਅਸੀਂ ਚਿੱਠੀ ਦੇ ਵਿੱਚ ਇਹ ਗੱਲ ਲਿਖੀ ਸੀਗੀ ਕਿ ਹੁਣ ਭਾਈ ਰਿਪੁਦਮਨ ਸਿੰਘ ਤੇ ਭਾਈ ਬਲਵੰਤ ਸਿੰਘ ਨੇ ਸਾਡੇ ਨਾਲ ਉਸ ਦਿਨ ਗੱਲ ਕੀਤੀ ਸੀ ਕਿ ਉਹ ਪ੍ਰਿੰਟਿੰਗ ਸਾਰੀ ਸਟਾਪ ਕਰ ਰਹੇ ਆ, ਟੈਸਟਿੰਗ ਲਈ ਵੀ ਸਟਾਪ ਕਰ ਰਹੇ ਆ, ਕਿ ਜਿੰਨਾ ਚਿਰ ਇਹ ਜਿਹੜੀ ਅਸੀਂ ਬੇਨਤੀ ਪੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤਾ ਆ, ਅਕਤੂਬਰ 10 ਤੱਕ ਅਸੀਂ ਉਹਨਾਂ ਦਾ ਜਵਾਬ ਮੰਗਿਆ ਹੈ ਕਿ ਸਾਨੂੰ ਕੋਈ ਰਾਹ ਦੱਸਣ, ਤੇ ਉਸ ਤੋਂ ਪਹਿਲਾਂ ਉਹ ਕੋਈ ਵੀ ਇਹੋ ਜਿਹਾ ਕਦਮ ਨਹੀਂ ਚੁੱਕੇਗੇ। ਤੇ ਉਹਨਾਂ ਨੇ ਇਹ ਗੱਲ ਦੀ ਪ੍ਰਵਾਨਗੀ ਕੀਤੀ ਆ। ਅੱਗੇ ਜੇ ਕਿਸੇ ਉਹਨਾਂ ਖਿਲਾਫ ਕੋਈ ਕਾਰਵਾਈ ਕਰਨੀ ਹੈ ਅਕਾਲ ਤਖਤ ਸਾਹਿਬ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਅਸੀਂ ਉਹਨਾਂ ਤੱਕ ਇਹ ਜਾਣਕਾਰੀ ਪਹੁੰਚਾ ਦਿੱਤੀ ਹੈ। ਅੱਗੇ ਉਹਨਾਂ ਦਾ ਫਰਜ਼ ਬਣਦਾ ਹੈ ਕਿ ਜੇ ਉਹਨਾਂ ਨੇ ਕੋਈ ਕਾਰਵਾਈ ਕਰਨੀ ਹੈ। ਸੋ ਹੁਣ SGPC ਨੂੰ ਪੱਤਰ ਲਿਖਿਆ ਗਿਆ ਹੈ, ਜੇਕਰ SGPC ਦੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਜਾਂਦੀ, ਪ੍ਰਵਾਨਗੀ ਨਹੀਂ ਦਿੱਤੀ ਜਾਂਦੀ, ਤਾਂ ਫਿਰ ਕੀ ਅੱਗੇ ਕਰਨਗੇ?
ਜਿਹੜੇ ਇਹ ਸਿਰਫ ਉਹੀ ਦੱਸ ਸਕਦੇ ਆ, ਪਰ ਸਾਨੂੰ ਇਹ ਦੱਸਿਆ ਗਿਆ ਹੈ ਕਿ ਉਹ ਅਕਤੂਬਰ 10 ਤਰੀਕ ਤੋਂ ਬਾਅਦ ਫਿਰ ਆਪ ਪ੍ਰਿੰਟਿੰਗ ਸ਼ੁਰੂ ਕਰਨਾ ਚਾਹੁੰਦੇ ਆ। ਤੇ ਅਸੀਂ ਆਪਣੀ ਜਿਹੜੀ ਬੇਨਤੀ ਪੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਾਫ਼ ਦੱਸਿਆ ਕਿ ਅਸੀਂ ਉਹਦੇ ਵਿੱਚ ਨਹੀਂ ਸ਼ਾਮਲ ਹੋਵਾਂਗੇ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੀ ਅਗਵਾਈ ਹੇਠ ਜੇ ਕੁਝ ਹੁੰਦਾ ਆ, ਅਸੀਂ ਉਹਦੇ ਨਾਲ ਸਹਿਮਤ ਹਾਂ। ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਨਾਲ ਅਸੀਂ ਖੜੇ ਹਾਂ। ਅਸੀਂ ਕੋਈ ਵੀ ਇੰਡੀਵਿਜੂਅਲ ਪ੍ਰਿੰਟਿੰਗ ਜਾਂ ਕੋਈ ਸੁਸਾਇਟੀ ਵੱਲੋਂ ਅਸੀਂ ਉਹਦੇ ਖਿਲਾਫ ਰਵਾਂਗੇ, ਪਰ ਉਹਨਾਂ ਨੇ ਜ਼ਰੂਰ ਇਹ ਗੱਲ ਕਹੀ ਹੈ ਕਿ ਅਕਤੂਬਰ 10 ਤਰੀਕ ਤੋਂ ਬਾਅਦ ਉਹ ਪ੍ਰਿੰਟਿੰਗ ਕਰਨਗੇ। ਤੇ ਉਹਨਾਂ ਨੇ ਕਾਰਨ ਵੀ ਦੱਸਿਆ ਹੈ ਕਿ ਉਹਨਾਂ ਦਾ ਇੱਕ ਲੰਬੇ ਸਮੇਂ ਤੋਂ ਇਹ ਗੱਲ ਉਹਨਾਂ ਦੇ ਨਾਲ ਚੱਲ ਰਹੀ ਹੈ ਤੇ ਉਹ ਇਹ ਨਹੀਂ ਮਹਿਸੂਸ ਕਰ ਰਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇਹ ਸਹੀ ਫੈਸਲੇ ਕੋਈ ਲਊਗੀ ਤੇ ਉਹਨਾਂ ਨੇ ਆਪਣੀ ਇਹਦੇ ਵਿੱਚ ਮਨਮਰਜ਼ੀ ਕਰਨੀ ਹੈ। ਤੇ ਸਾਡੇ ਵੱਲੋਂ ਇਹ ਉਹਨਾਂ ਦਾ ਜਵਾਬ ਇਹ ਆ ਕਿ ਜੇ ਸਿੱਖ ਜਿਹੜੇ ਆ ਇਦਾਂ ਸੋਚਣ ਆਪੇ ਤੇ ਇਹ ਹੋ ਸਕਦਾ ਹੈ ਕਿ ਦੇਸ਼ ਦੇ ਵਿੱਚ ਘਰ ਦੇ ਵਿੱਚ ਪ੍ਰਿੰਟਿੰਗ ਸ਼ੁਰੂ ਹੋ ਜਾਊਗੀ। ਤੇ ਇਹ ਮਸਲਾ ਜਿਹੜਾ ਆ ਇਹ ਗੰਭੀਰਤਾ ਦੇ ਨਾਲ ਸੋਚਣ ਤੇ ਵਿਚਾਰਨ ਵਾਲਾ ਆ ਤੇ ਕੋਈ ਵੀ ਇਹੋ ਜਿਹਾ ਕਦਮ ਹਾਲੇ ਨਹੀਂ ਚੁੱਕਣਾ ਚਾਹੀਦਾ। ਮਨਿੰਦਰ ਜੀ, ਉਹਨਾਂ ਵੱਲੋਂ ਅਲਟੀਮੇਟਮ ਦੇ ਦਿੱਤਾ ਗਿਆ ਹੈ 10 ਅਕਤੂਬਰ ਤੱਕ ਦਾ, ਤੇ ਅਜਿਹੇ ਦੇ ਵਿੱਚ ਕੈਨੇਡਾ ਦੀਆਂ ਬਾਕੀ ਗੁਰਦੁਆਰਾ ਸੰਸਥਾਵਾਂ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਕੀ ਵਿਰੋਧ ਕੀਤਾ ਜਾਏਗਾ ਇਸ ਚੀਜ਼ ਦਾ? ਹਾਂਜੀ, ਆਈ ਥਿੰਕ ਡੈਫੀਨਿਟਲੀ ਵਿਰੋਧ ਕੀਤਾ ਜਾਵੇਗਾ। ਜੇ ਹੁਣ ਤਾਂ ਸਿੱਧਾ ਹੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਖਿਲਾਫ ਗੱਲ ਜਾਂਦੀ ਹੈ, ਇਹਦੇ ਵਿੱਚ ਕੋਈ ਜੇ ਇਹ ਵਿਚਾਰਨ ਵਾਲੀ ਗੱਲ ਹੈ, ਜੇ ਇਹਦੇ ਵਿੱਚ ਕੋਈ ਦਿਮਾਗ ਲੜਾ ਕੇ ਇੱਥੇ ਅਸੀਂ ਇਹਦੀ ਕੋਈ ਜੇ ਗੱਲ ਕਰਨੀ ਹੋਵੇ ਉਹ ਹੋ ਸਕਦੀ ਹੈ। ਬਸ ਸਿੱਧੀ ਗੱਲ ਜਿਹੜੀ ਪ੍ਰਿੰਟਿੰਗ ਨੂੰ ਜਾਣਾ ਉਹ ਆਈ ਥਿੰਕ ਸਾਡੇ ਲਈ ਠੀਕ ਨਹੀਂ ਰਹੂਗੀ। ਸੋ ਆਈ ਥਿੰਕ ਇਹਦੇ ਖਿਲਾਫ ਕਾਫੀ ਆਵਾਜ਼ਾਂ ਉੱਠਣਗੀਆਂ ਜੇ ਪ੍ਰਿੰਟਿੰਗ ਸ਼ੁਰੂ ਹੋ ਗਈ। ਬਿਲਕੁਲ। ਪੰਜਾਬ ਦੇ ਵਿੱਚ ਪਹਿਲਾਂ ਹੀ ਮਨਿੰਦਰ ਚਰਚਾ ਹੈ ਕਿ ਧਾਰਮਿਕ ਸਮੱਗਰੀ ਛਾਪਣ ਸਮੇਂ ਇਤਿਹਾਸਕ ਤੱਥਾਂ ਨਾਲ ਛੇੜਛਾੜ ਜਾਂ ਫਿਰ ਬਦਲਾਅ ਜੋ ਹੈ ਉਹ ਕੀਤੇ ਜਾ ਰਹੇ ਨੇ। ਅਜਿਹੀ ਸਥਿਤੀ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਵੱਲੋਂ ਆਗਿਆ ਮਿਲਣ ਬਾਰੇ ਕੀ ਸੰਭਾਵਨਾ ਲੱਗਦੀ ਹੈ? ਆਈ ਥਿੰਕ ਜੇ ਉਹ ਆਪ ਇਸ ਤੇ ਸੋਚਣ ਕਿ ਜਿਹੜੀ ਇਹ ਬੇਨਤੀ ਸਾਡੇ ਵੱਲੋਂ ਵੀ ਹੈ ਕਿ ਜੇ ਪ੍ਰਿੰਟਿੰਗ ਹੁੰਦੀ ਹੈ, ਉਹ ਪ੍ਰਿੰਟਿੰਗ ਦੇ ਵਿੱਚ ਇਹ ਹੈ ਕਿ ਜੇ ਉਹ ਆਪ ਕਰਦੇ ਆ ਉਹਦੇ ਵਿੱਚ ਕੋਈ ਮਸਲਾ ਨਹੀਂ ਹੈਗਾ, ਕਿਉਂਕਿ ਹੁਕਮਨਾਮੇ ਦੇ ਮੁਤਾਬਕ SGPC ਪ੍ਰਿੰਟਿੰਗ ਕਰ ਸਕਦੀ ਹੈ, ਭਾਵੇਂ ਉਹ ਅੰਮ੍ਰਿਤਸਰ ਦੀ ਸਾਹਿਬ 'ਚ ਹੋਵੇ ਜਾਂ ਪੰਜਾਬ 'ਚ ਹੋਵੇ, ਭਾਵੇਂ ਉਹ ਕੈਨੇਡਾ ਦੇ ਵਿੱਚ ਹੋਵੇ, ਉਹ ਫਿਰ SGPC ਦੀ ਪੂਰੀ ਅਗਵਾਈ ਹੇਠ ਹੋ ਸਕਦੀ ਹੈ। ਪਰ ਜੇ ਉਸ ਤੋਂ ਅਸੀਂ ਬਾਹਰ ਜਾਂਦੇ ਹਾਂ ਫਿਰ ਉਹ ਪ੍ਰੋਬਲਮ ਇੱਕ ਬਹੁਤ ਵੱਡੀ ਖੜੀ ਹੋ ਜਾਂਦੀ ਹੈ। ਸੋ ਇਹਦੇ ਵਿੱਚ ਜੇ ਉਹ ਮਨਜ਼ੂਰ ਕਰਦੇ ਆ ਕਿ ਅਸੀਂ ਇਹ ਕਰਾਂਗੇ, ਅਸੀਂ ਪੂਰਾ ਸਹਿਯੋਗ ਦਵਾਂਗੇ ਉਹਨਾਂ ਦੇ ਨਾਲ। ਉਹ ਸਿਰਫ ਇਹ ਹੈ ਕਿ ਜਦੋਂ ਅਸੀਂ ਹੁਣ ਮਹਾਰਾਜ ਦੇ ਸਰੂਪ ਇੱਥੇ ਲਿਆਉਣੇ ਹੁੰਦੇ ਆ ਤੇ ਕਿਤੇ ਲੋੜ ਪੈਂਦੀ ਹੈ, ਪਰਿਵਾਰਾਂ ਨੂੰ ਪੈਂਦੀ ਹੈ ਜਾਂ ਗੁਰਦੁਆਰੇ ਸਾਹਿਬਾਨਾਂ ਨੂੰ ਮਿਲਦੀ ਹੈ ਲੋੜ ਪੈਂਦੀ ਹੈ, ਉਹ ਜਿਹੜੀ ਚਾਰਟਰਡ ਫਲਾਈਟਸ ਦਾ ਕਾਸਟ ਜਿਹੜਾ ਤਕਰੀਬਨ ਕਾਫੀ ਜ਼ਿਆਦਾ ਹੈ। ਪਰ ਉਹ ਸਭ ਤੋਂ ਵਧੀਆ ਤਰੀਕਾ ਹਾਲ ਦੀ ਘੜੀ ਹੈ ਮਹਾਰਾਜ ਦੇ ਸਰੂਪ ਇੱਥੇ ਲਿਆਉਣ ਦਾ। ਸ਼ਿਪ ਰਾਹੀਂ ਅਸੀਂ ਦੇਖਿਆ ਆ 4-5 ਸਾਲ ਪਹਿਲੋਂ ਉਹਦੇ ਵਿੱਚ ਵੀ ਬੇਅਦਬੀ ਹੁੰਦੀ ਆ, ਪੋਰਟ ਤੇ ਉੱਤੇ ਹਫ਼ਤੇ ਉੱਥੇ ਜਿਹੜੇ ਆ ਉੱਥੇ ਖੜੇ ਰਹਿੰਦੇ ਆ ਜਿਹੜੇ ਕੰਟੇਨਰਸ ਆ, ਉਹ ਵੀ ਕੋਈ ਠੀਕ ਤਰੀਕਾ ਨਹੀਂ ਹੈਗਾ ਜੇ ਅਸੀਂ ਮਹਾਰਾਜ ਦੇ ਸਰੂਪ ਇੱਥੇ ਲਿਆਉਣੇ ਆ। ਸੋ ਜੇ ਚਾਰਟਰਡ ਫਲਾਈਟ ਆ ਉਹ ਸਿਰਫ ਇੱਕ ਰਾਹ ਆ ਸਾਡੇ ਕੋਲ ਰਾਈਟ ਨਾਓ, ਤੇ ਉਹ ਵੀ ਰਾਹ ਅਸੀਂ ਵਰਤਾ ਸਕਦੇ ਹਾਂ ਹਾਲ ਦੀ ਘੜੀ। ਲਾਈਕ ਇਹ ਆ ਕਿ ਕੋਈ ਕਾਹਲੀ ਨਾ ਕਰੀਏ, ਇਹਦੇ ਵਿੱਚ ਅਸੀਂ ਇੱਕ ਨੂੰ ਸਾਰੀ ਕੋਸ਼ਿਸ਼ਾਂ ਬਾਅਦ ਹੀ ਜੇ ਕੋਈ ਫੈਸਲਾ ਲੈਣਾ ਪਏ ਉਹ SGPC ਆ ਫੈਸਲਾ ਲਵੇ। ਸੋ SGPC ਵੱਲੋਂ ਕੋਈ ਜੇ ਹਜੇ ਤੱਕ ਇਸ ਦਾ ਜਵਾਬ ਨਹੀਂ ਆਂਦਾ, ਸੋ ਇਸ ਦਾ ਮਤਲਬ ਇਹੀ ਕਿਹਾ ਜਾ ਸਕਦਾ ਕਿ ਭਾਈ ਮਲਿਕ ਤੇ ਪੰਧੇਰ ਦੇ ਵੱਲੋਂ ਪ੍ਰਵਾਨਗੀ ਲੈਣਾ ਵੀ ਇੱਕ ਫਾਰਮੈਲਿਟੀ ਹੈ, ਕਿਉਂਕਿ ਉਹ ਫੈਸਲਾ ਕਰ ਚੁੱਕੇ ਨੇ। ਜੇਕਰ SGPC ਨੇ ਫੈਸਲਾ ਨਾ ਲਿਆ ਤਾਂ ਸਰੂਪ ਉਹ ਫਿਰ ਵੀ ਛਾਪਣਗੇ। ਹਾਂਜੀ, ਉਹਨਾਂ ਦੇ ਬੋਲ ਮੁਤਾਬਕ ਅਤੇ ਜਿਹੜੇ ਉਹਨਾਂ ਨੇ ਸਾਨੂੰ ਲੈਟਰਸ ਦਿੱਤੇ ਆ ਉਹਨਾਂ ਵੱਲੋਂ ਗੁਰਦੁਆਰਾ ਸੁਸਾਇਟੀਜ਼ ਨੂੰ, ਉਹਦੇ ਮੁਤਾਬਕ ਇਹ ਗੱਲ ਠੀਕ ਹੈ ਕਿ ਉਹਨਾਂ ਨੇ ਇੱਕ ਅਲਟੀਮੇਟਮ ਦਿੱਤਾ ਹੈ ਕਿ ਜੇ ਅਕਤੂਬਰ 10 ਤੱਕ ਉਹਨਾਂ ਦੇ ਹੱਕ ਦੇ ਵਿੱਚ ਗੱਲ ਨਹੀਂ ਹੁੰਦੀ ਤੇ ਉਹ ਆਪ ਦੇ ਤੌਰ ਤੇ ਛਾਪਣਗੇ। ਸਾਡੇ ਵੱਲੋਂ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਸਾਡੇ ਵੱਲੋਂ ਇੱਕ ਬੇਨਤੀ ਸਿਰਫ ਇਹੀ ਹੈ ਕਿ ਜੇ SGPC ਚਾਹੁੰਦੀ ਹੈ ਇੱਥੇ ਛਾਪਣਾ ਮਹਾਰਾਜ ਦੇ ਸਰੂਪ, ਤੇ ਅਸੀਂ ਲੋਕਲੀ ਇੱਥੇ ਜਿਹੜੇ ਆ ਇਹ ਲੋੜ ਪੂਰੀ ਕਰ ਸਕਦੇ ਹਾਂ ਉਹਨਾਂ ਦੀ ਅਗਵਾਈ ਹੇਠ। ਅਸੀਂ ਉੱਥੇ ਤੱਕ ਸਹਿਮਤ ਹੈਗੇ ਹਾਂ, ਪਰ ਅਸੀਂ ਉਹਨਾਂ ਦੀ ਪ੍ਰਵਾਨਗੀ ਤੋਂ ਬਿਨਾਂ ਅਸੀਂ ਕੋਈ ਪ੍ਰਿੰਟਿੰਗ ਨਹੀਂ ਚਾਹੁੰਦੇ। ਸੋ ਇੱਕ ਚੈਲੰਜ ਕਹਿ ਸਕਦੇ ਹਾਂ ਮਨਿੰਦਰ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਸਾਹਿਬ ਨੂੰ? I don't think ਜੇ ਚੈਲੰਜ ਹੈ, I think frustration ਹੈਗਾ ਇਹਦੇ ਵਿੱਚ। ਕਿਸੇ ਲਈ ਮੈਂ ਕਹਿ ਨਹੀਂ ਸਕਦਾ ਕਿ ਉਹ ਕਿਸ ਪੱਖ ਤੋਂ ਗੱਲ ਕਰ ਰਹੇ ਆ, ਬਟ ਆਈ ਥਿੰਕ ਇਹ ਜੇ ਗੱਲ ਉੱਥੇ ਤੱਕ ਚਲੇਗੀ ਫਿਰ ਡੈਫੀਨਿਟਲੀ ਇੱਕ ਚੈਲੰਜ ਹੈ। ਇਹਦੇ ਵਿੱਚ ਦੋ ਰਾਵਾਂ ਦੀ ਕੋਈ ਗੱਲ ਨਹੀਂ ਹੈਗੀ। ਜੇ ਪ੍ਰਿੰਟਿੰਗ ਸ਼ੁਰੂ ਹੋ ਗਈ ਅਕਤੂਬਰ 10 ਤਰੀਕ ਤੋਂ ਬਾਅਦ, ਇਹ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਡਾਇਰੈਕਟ ਚੈਲੰਜ ਹੋਊਗਾ। ਸੋ ਹਾਲ ਦੀ ਘੜੀ ਮੈਂ ਕਹੂੰਗਾ ਕਿ ਇੱਕ ਫਰਸਟ੍ਰੇਸ਼ਨ ਹੈ। ਜੇ ਵਾਕਈ ਪ੍ਰਿੰਟਿੰਗ ਸ਼ੁਰੂ ਹੋ ਜਾਂਦੀ ਹੈ ਫਿਰ ਆਈ ਵੁੱਡ ਸੇ ਡੈਫੀਨਿਟਲੀ ਇੱਕ ਚੈਲੰਜ ਹੈ। ਸੋ ਤੁਹਾਨੂੰ ਲੱਗਦਾ ਕਿ SGPC ਨੂੰ ਵੀ ਆਪਣੀ ਸਰਵਉੱਚਤਾ ਨੂੰ ਲੈ ਕੇ ਸਵਾਲ ਜੋ ਨੇ ਉਸ ਬਾਰੇ ਸੋਚਣਾ ਚਾਹੀਦਾ ਹੈ? ਹੋ ਸਕਦਾ ਹੈ SGPC ਦੇ ਫੈਸਲੇ 'ਚ ਵੀ ਕੋਈ ਕਮੀ ਹੋਵੇ, ਤੁਸੀਂ ਮਹਿਸੂਸ ਕਰਦੇ ਹੋ? ਆਈ ਥਿੰਕ ਜਿਹੜੇ ਉਹਨਾਂ ਨੇ ਫੈਸਲੇ ਲਏ ਆ ਅਪ ਟੂ ਨਾਓ ਉਹ ਠੀਕ ਨੇ, ਕਰਕੇ ਉਹਨਾਂ ਨੂੰ ਕਿਸੇ ਇੱਕ ਵਿਅਕਤੀ ਵੱਲੋਂ ਕੋਈ ਇਦਾਂ ਦੀ ਪ੍ਰਵਾਨਗੀ ਨਹੀਂ ਦੇ ਸਕਦੇ। ਹੁਣ ਜੇ ਅਸੀਂ ਗੁਰਦੁਆਰੇ ਦੇ ਜਿਹੜੇ 30-40 ਗੁਰਦੁਆਰੇ ਆ ਕੈਨੇਡਾ ਦੇ ਵਿੱਚ,
ਉਹਨਾਂ ਵੱਲੋਂ ਇੱਕ ਬੇਨਤੀ ਕੀਤੀ ਹੈ ਕਿ ਇੱਥੇ ਲੋਕਲੀ ਗੁਰਦੁਆਰੇ ਜਿਹੜੇ ਆ ਤੁਹਾਡੀ ਮਦਦ ਕਰ ਸਕਦੇ ਆ, ਅਸੀਂ ਤੁਹਾਡਾ ਸਹਿਯੋਗ ਦੇਵਾਂਗੇ। ਹੋ ਸਕਦਾ ਹੈ ਹੁਣ ਕਿ ਉਹਨਾਂ ਦੇ ਮਨ 'ਚ ਇਹ ਆਵੇ ਕਿ ਇਹ ਹੁਣ ਇੱਕ ਸੰਸਥਾ ਜਾਂ ਇੱਕ ਵਿਅਕਤੀ ਨਹੀਂ ਹੈਗਾ, ਇਹ ਕੈਨੇਡਾ ਦੇ 30 40 50 ਗੁਰਦੁਆਰੇ ਹੋ ਸਕਦੇ ਆ ਕਿ ਇਹ ਸਾਡੇ ਨਾਲ ਰਲ ਕੇ ਇਹ ਇੱਕ ਸਿੱਖ ਸੰਗਤ ਵੱਲੋਂ ਕੈਨੇਡਾ ਵੱਲੋਂ ਕਾਰਜ ਹੋ ਸਕਦਾ ਆ। ਉਹਦੇ ਮੁਤਾਬਕ ਹੋ ਸਕਦਾ ਹੈ ਕਿ ਉਹਨਾਂ ਨੂੰ ਲੱਗੇ ਕਿ ਇਹ ਚੰਗਾ ਕਦਮ ਹੋਵੇ, ਪਰ ਫਿਰ ਵੀ ਐਂਡ ਦੇ ਵਿੱਚ ਇਹ ਉਹਨਾਂ ਦੀ ਫੈਸਲਾ ਆ ਤੇ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜੇ ਹੁਕਮਨਾਮੇ ਆ ਉਹਨਾਂ ਨੇ ਤੇ ਉੱਤੇ ਹੀ ਪਹਿਰਾ ਦੇਣਾ ਆ ਤੇ ਜਿੰਨਾ ਚਿਰ ਉਹ ਪਹਿਰਾ ਉਹ ਦੇ ਰਹੇ ਅਸੀਂ ਵੀ ਉੱਤੇ ਪਹਿਰਾ ਦੇਵਾਂਗੇ। ਜੇ ਉਹਦੇ ਵਿੱਚ ਉਹ ਕੋਈ ਹੋਰ ਫੈਸਲਾ ਲੈਂਦੇ ਆ ਜਿਹਦੇ ਵਿੱਚ ਇੱਥੇ ਪ੍ਰਿੰਟਿੰਗ ਸ਼ੁਰੂ ਕਰਨਾ ਚਾਹੁੰਦੇ ਆ ਤੇ ਉਹ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਵਿੱਚ ਰਹਿ ਕੇ ਤੇ ਐਸਜੀਪੀਸੀ ਦੀ ਅਗਵਾਈ ਹੇਠ ਹੁੰਦਾ ਆ, ਉਹਦੇ ਵਿੱਚ ਅਸੀਂ ਜ਼ਰੂਰ ਸਹਿਯੋਗ ਦੇਵਾਂਗੇ। ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਮਨਿੰਦਰ ਸਿੰਘ ਜੀ ਗੱਲਬਾਤ ਕਰਨ ਦੇ ਲਈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।